ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਖਾਲੀ ਪਈਆਂ ਨੌਕਰੀਆਂ, ਸਰਕਾਰ ਨੂੰ ਹੱਲ ਕੱਢਣ ਦੀ ਅਪੀਲ। ਮਾਸਕ ਪਾਉਣਾ ਫਿਰ ਜ਼ਰੂਰੀ, ਓਨਟਾਰੀਓ ਤੋਂ ਆਈ ਜਾਣਕਾਰੀ। ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ, 3 ਦਿਨ ਤੱਕ ਕੰਮ ਹੋ ਸਕਦਾ ਠੱਪ। ਸੂਬਿਆਂ ਨੇ ਕੱਢੇ ਡਰਾਅ, ਕਈਆਂ ਨੂੰ ਮਿਲੇ ਸੱਦੇ। ਅੰਤਰਰਾਸ਼ਟਰੀ ਵਿਦਿਆਰਥੀ ਦਾ ਕਤਲ, ਕੈਨੇਡਾ ਵਿੱਚ ਲੋਕ ਹੋਏ ਇਕੱਠੇ। ਕੈਨੇਡਾ ਵਿੱਚ ਬਹੁਤ ਸਾਰੀਆਂ ਨੌਕਰੀਆਂ ਅਜਿਹੀਆਂ ਹਨ ਜਿਹੜੀਆਂ ਖਾਲੀ ਪਈਆਂ ਨੇ। ਪਿਛਲੇ ਦਿਨੀ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਜਿਹੜੀਆਂ ਖਾਲੀ ਵੈਕੈਂਸੀਜ਼ ਨੇ ਉਹਨਾਂ ਨੂੰ ਪੂਰਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਕਿ ਟੈਕ ਖੇਤਰ ਨਾਲ ਜੁੜੀ ਹੋਈ ਹੈ, ਜਿੱਥੇ ਕਾਮਿਆਂ ਦੀ ਘਾਟ ਹੈ। ਲੇਬਰ ਦੀ ਸ਼ਾਰਟੇਜ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦਾ ਹੱਲ ਕੱਢਿਆ ਜਾਵੇ। ਹੁਣ ਫੈਡਰਲ ਸਰਕਾਰ ਤੋਂ ਕੀ ਅਪੀਲ ਕੀਤੀ ਗਈ ਹੈ ਉਹ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਜੀ ਹਾਂ, ਪਿਛਲੇ ਦਿਨੀ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਕੈਨੇਡਾ ਵਿੱਚ ਅਜੇ ਵੀ ਕਈ ਨੌਕਰੀਆਂ ਖਾਲੀ ਪਈਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵ ਕਿ ਕੈਨੇਡਾ ਵਿੱਚ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਹੁਣ ਟੈਕ ਗਰੁੱਪ ਚਾਹੁੰਦੇ ਹਨ ਕਿ ਕੈਨੇਡਾ ਵਿੱਚ ਬਿਨਾਂ ਜੌਬ ਆਫਰ ਦੇ ਸਕਿਲਡ ਵਰਕਰਸ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਦਰਅਸਲ ਕੈਨੇਡਾ ਵਿੱਚ ਬਹੁਤ ਸਾਰੇ ਸੈਕਟਰ ਅਜਿਹੇ ਹਨ ਜਿਨ੍ਹਾਂ ਵਿੱਚ ਕਾਮਿਆਂ ਦੀ ਘਾਟ ਹੈ। ਇਸ ਲੇਬਰ ਸ਼ਾਰਟੇਜ ਨੂੰ ਧਿਆਨ ਵਿੱਚ ਰੱਖਦਿਆਂ ਹੀ ਟੈਕ ਸੈਕਟਰ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਕਿਉਂਕਿ ਇਸ ਖੇਤਰ ਦੇ ਵਿੱਚ ਵੀ ਲੇਬਰ ਦੀ ਸ਼ਾਰਟੇਜ ਹੈ। ਇਸ ਸੰਬੰਧ ਵਿੱਚ ਕੌਂਸਲ ਆਫ ਕੈਨੇਡੀਅਨ ਇਨੋਵੇਟਰਸ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਹਾਈ ਸਕਿਲਡ ਟੈਕ ਵਰਕਰਸ ਕੈਨੇਡਾ ਵਿੱਚ ਆ ਸਕਣ। ਇਸ ਵਾਸਤੇ ਨਵੇਂ ਵੀਜ਼ਾ ਜਾਰੀ ਕੀਤੇ ਜਾਣ। ਦੱਸਿਆ ਜਾ ਰਿਹਾ ਹੈ ਕਿ ਸੌਫਟਵੇਅਰ ਡਿਵੈਲਪਰਸ ਅਤੇ ਡਾਟਾ ਸਾਇੰਟਿਸਟ ਚਾਹੀਦੇ ਹਨ। ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਪਤਾ ਚੱਲਿਆ ਹੈ ਕਿ ਜਿਹੜੇ ਲੋਕ ਕੈਨੇਡਾ ਵਿੱਚ ਵਰਕ ਵੀਜ਼ਾ ਦੇ ਤੌਰ ਦੇ ਉੱਪਰ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜੌਬ ਆਫਰ ਦੀ ਜ਼ਰੂਰਤ ਪੈਂਦੀ ਹੈ। ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਹਾਈਲੀ ਸਕਿਲਡ ਟੈਲੈਂਟ ਕੈਨੇਡਾ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦੀ ਰਾਹ ਦੇ ਵਿੱਚ ਇਹ ਜ਼ਰੂਰਤ ਰੋੜਾ ਬਣ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਕੈਨੇਡਾ ਦੀ ਸਰਕਾਰ ਨੂੰ ਪ੍ਰਾਈਵੇਟ ਖੇਤਰ ਨਾਲ ਕੰਸਲਟ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਹਾਈਲੀ ਸਕਿਲਡ ਫੋਰਨ ਵਰਕਰਸ ਨੇ ਉਹ ਕੈਨੇਡਾ ਵਿੱਚ ਬਿਨਾਂ ਜੌਬ ਆਫਰ ਦੇ ਆ ਸਕਣ। ਦੱਸ ਦਈਏ ਕਿ ਕੈਨੇਡਾ ਵੱਲੋਂ ਪਹਿਲਾਂ ਹੀ ਟੈਕ ਵਰਕਰਸ ਵਾਸਤੇ ਕੁਝ ਰਾਹਤ ਦੇ ਐਲਾਨ ਕੀਤੇ ਗਏ ਸਨ, ਜਿਸ ਦੇ ਵਿੱਚ ਦੱਸਿਆ ਗਿਆ ਕਿ ਗਲੋਬਲ ਟੈਲੈਂਟ ਸਟਰੀਮ ਅਧੀਨ ਜਿਹੜੇ ਵੀ ਸਕਿਲਡ ਵਰਕਰ ਕੈਨੇਡਾ ਆਉਣਾ ਚਾਹੁੰਦੇ ਨੇ ਉਹ ਟੈਂਪਰੇਰੀ ਵਰਕ ਪਰਮਿਟ ਦੇ ਉੱਪਰ 2 ਹਫ਼ਤਿਆਂ ਵਿੱਚ ਹੀ ਅਪਲਾਈ ਕਰ ਸਕਦੇ ਹਨ। GTS ਦੀ ਮਦਦ ਦੇ ਨਾਲ ਇੰਪਲਾਇਰ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹਾਸਲ ਕਰਨ ਦੇ ਵਿੱਚ ਮਦਦ ਮਿਲਦੀ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਕੋਰੋਨਾ ਪਾਬੰਦੀਆਂ ਤਹਿਤ ਰਾਹਤ ਦੇ ਦਿੱਤੀ ਗਈ, ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਸੂਬੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਈ ਰਿਸਕ ਸਪੇਸਿਸ ਦੇ ਉੱਪਰ ਅਜੇ ਵੀ ਮਾਸਕ ਪਾਉਣਾ ਜਾਰੀ ਰੱਖਿਆ ਜਾਵੇ। ਦਰਅਸਲ ਇਹ ਜਾਣਕਾਰੀ ਓਨਟਾਰੀਓ ਤੋਂ ਸਾਹਮਣੇ ਆਈ, ਜਿੱਥੇ ਸਲਾਹ ਦਿੱਤੀ ਗਈ ਹੈ ਕਿ ਲੋਕ ਅਜੇ ਮਾਸਕ ਪਾਉਣਾ ਜਾਰੀ ਰੱਖਣ। ਓਨਟਾਰੀਓ ਵਿੱਚ ਜੋ ਇਸ ਸਮੇਂ ਕੋਰੋਨਾ ਵਾਇਰਸ ਦੀ 6ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ, ਇਸ ਦੇ ਚੱਲਦਿਆਂ ਓਨਟਾਰੀਓ ਦੇ ਟਾਪ ਪਬਲਿਕ ਹੈਲਥ ਆਫੀਸ਼ੀਅਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਥਾਵਾਂ ਦੇ ਉੱਪਰ ਅਜੇ ਵੀ ਕੋਰੋਨਾ ਦਾ ਖਤਰਾ ਬਣਿਆ ਹੋਇਆ ਹੈ, ਇੱਥੇ ਮਾਸਕ ਪਾਉਣਾ ਜਾਰੀ ਰੱਖਣਾ ਚਾਹੀਦਾ ਹੈ। ਸੂਬੇ ਵਿੱਚ ਹੁਣ ਹਸਪਤਾਲ, ਲੌਂਗ ਟਰਮ ਕੇਅਰ ਹੋਮਸ, ਪਬਲਿਕ ਟ੍ਰਾਂਸਪੋਰਟ ਦੇ ਵਿੱਚ ਮਾਸਕ ਪਾਉਣਾ ਜਾਰੀ ਰਹੇਗਾ। ਇਹ ਅਪ੍ਰੈਲ 27 ਤੱਕ ਇੱਥੇ ਜਾਰੀ ਰਹਿਣ ਵਾਲਾ ਹੈ। ਇਸ ਬਾਰੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜੋ ਇਸ ਸਮੇਂ ਕੋਰੋਨਾ ਵਾਇਰਸ ਦੇ ਸੂਬੇ ਵਿੱਚ ਹਾਲਾਤ ਬਣੇ ਹੋਏ ਨੇ, ਜਿੱਥੇ ਕੋਰੋਨਾ ਵਾਇਰਸ ਦੀ 6ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ, ਇੱਥੇ ਅਜੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। It is clear that we are in the 6th wave of this pandemic, driven by the BA.2 variant. In the last few weeks, we have seen an increase in the percent positivity, an upward trend in wastewater surveillance, and a rise in hospitalizations. These trends are likely to continue for the next several weeks, but there are actions that we can take to help manage the impact of this wave, such as layering the personal protective measures we have adopted so well over the last 2 years, even when they may not be legally required. These include a strong recommendation to continue wearing a well-fitted 3-layer mask or use of a medical mask in all public indoor settings. And please continue to respect the ongoing mask requirements that remain in place, including in hospitals, in other healthcare settings, long-term care homes and retirement homes, congregate settings that provide care and services to medically and socially vulnerable individuals, such as children's treatment centers, in shelters, public transit, as well as the federal requirements for returning international travelers.
I also want to remind Ontarians that if you test positive for COVID-19, you should continue to wear a mask at all times for 5 days following your isolation period and avoid vulnerable people in places like hospitals and long-term care. Also for masking, household and other close contacts of a COVID positive case are reminded that they should be wearing a mask at all times and avoiding vulnerable individuals and settings for 10 days. While we will not be reinstating a broad mask mandate at this time, we should all be prepared that we may need to resume a requirement for mask wearing in indoor public spaces if a new variant of concern emerges. ਕੈਨੇਡਾ ਦੇ ਇੱਕ ਸੂਬੇ ਵਾਸਤੇ ਬਰਫੀਲੇ ਤੂਫਾਨ ਦੇ ਸੰਬੰਧ ਵਿੱਚ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਕਿਹਾ ਜਾ ਰਿਹਾ ਹੈ ਕਿ 3 ਦਿਨਾਂ ਤੱਕ ਕੰਮ ਠੱਪ ਹੋ ਸਕਦਾ ਹੈ। ਇੱਥੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਮਤਲਬ ਦੇ ਘਰਾਂ ਤੋਂ ਬਾਹਰ ਨਾ ਨਿਕਲਣ। ਜੇਕਰ ਕੋਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ। ਦਰਅਸਲ ਮੈਨੀਟੋਬਾ ਦੇ ਵਾਸਤੇ ਇਹ ਜਿਹੜੀ ਚੇਤਾਵਨੀ ਹੈ ਉਹ ਇਨਵਾਇਰਨਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਜ਼ਬਰਦਸਤ ਬਰਫੀਲੇ ਤੂਫਾਨ ਬਾਰੇ ਚੇਤਾਵਨੀ ਜਾਰੀ ਕੀਤੀ ਗਈ। ਇਹ ਜ਼ਬਰਦਸਤ ਤੂਫਾਨ ਦੀ ਚੇਤਾਵਨੀ ਮੈਨੀਟੋਬਾ ਵਾਸਤੇ ਜਾਰੀ ਕੀਤੀ ਗਈ ਹੈ। ਇਸ ਬਾਰੇ ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਹ ਤੂਫਾਨ ਕਈ ਦਹਾਕਿਆਂ ਵਿੱਚ ਆਉਣ ਵਾਲਾ ਸਭ ਤੋਂ ਵੱਡਾ ਤੂਫਾਨ ਹੋ ਸਕਦਾ ਹੈ, ਜਿਸ ਕਰਕੇ ਆਉਂਦੇ 3 ਦਿਨਾਂ ਤੱਕ ਪ੍ਰੋਵਿੰਸ ਵਿੱਚ ਜਨ ਜੀਵਨ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਇਸ ਤੂਫਾਨ ਨੂੰ ਲੈ ਕੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਪ੍ਰੋਵਿੰਸ ਵਿੱਚ 30 ਤੋਂ 50 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ ਤੇ ਹਵਾ ਦੀ ਰਫ਼ਤਾਰ 70 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈ। ਇਸ ਨਾਲ ਵਿਜ਼ਿਬਿਲਿਟੀ ਦੇ ਉੱਪਰ ਵੀ ਅਸਰ ਪਵੇਗਾ, ਜਿਸ ਕਾਰਨ ਇੱਥੇ ਵਿਜ਼ਿਬਿਲਿਟੀ 0 ਹੋ ਸਕਦੀ ਹੈ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮੌਸਮ ਵਿਭਾਗ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਬਿਨਾਂ ਮਤਲਬ ਦੀ ਯਾਤਰਾ ਨਾ ਕਰਨ। ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕਿ ਖਾਣ ਪੀਣ ਅਤੇ ਮੈਡੀਕਲ ਆਈਟਮਸ ਨੂੰ ਉਹ ਇਕੱਠਾ ਕਰਕੇ ਰੱਖਣ। ਇਸ ਤੋਂ ਇਲਾਵਾ ਵਿਨੀਪੈਗ ਵਿੱਚ 24 ਤੋਂ 45 ਸੈਂਟੀਮੀਟਰ ਤੱਕ ਬਰਫ਼ਬਾਰੀ ਦੇ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਵਿਨੀਪੈਗ ਵਿੱਚ ਪੂਰੀ ਤਰ੍ਹਾਂ ਸਰਦ ਮੌਸਮ ਵਿੱਚ 127 ਸੈਂਟੀਮੀਟਰ ਤੱਕ ਬਰਫ਼ ਪੈਂਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਿੰਟਰ ਸੀਜ਼ਨ ਵਿੱਚ 27 ਦਸੰਬਰ ਨੂੰ ਸਭ ਤੋਂ ਵੱਧ 20 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ 1997 ਵਿੱਚ ਵਿਨੀਪੈਗ ਅੰਦਰ 48 ਸੈਂਟੀਮੀਟਰ ਸਨੋ ਪਈ ਸੀ। ਮੈਨੀਟੋਬਾ ਦੇ ਪੱਛਮੀ ਇਲਾਕੇ ਵਿੱਚ 80 ਸੈਂਟੀਮੀਟਰ ਦੀ ਬਰਫ਼ਬਾਰੀ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਮੈਨੀਟੋਬਾ ਵਿੱਚ ਪਿਛਲੇ ਸਾਲ 12 ਤੋਂ 13 ਅਪ੍ਰੈਲ ਨੂੰ ਵਿਨੀਪੈਗ ਵਿੱਚ 23 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ। ਹੁਣ ਆਮ ਲੋਕਾਂ ਨੂੰ ਆਪਣਾ ਖਿਆਲ ਰੱਖਣ ਦੀ ਵਾਸਤੇ ਸਲਾਹ ਦਿੱਤੀ ਗਈ ਹੈ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਬਿਨਾਂ ਮਤਲਬ ਦੀ ਯਾਤਰਾ ਨਾ ਕਰਨ, ਭਾਵ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਾ ਨਿਕਲਣ। ਕੈਨੇਡਾ ਦੇ ਵੱਖ-ਵੱਖ ਸੂਬੇ ਲਗਾਤਾਰ ਡਰਾਅ ਕੱਢ ਰਹੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੁੰਦੇ ਨੇ। ਮੈਨੀਟੋਬਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਜਿਹੜੇ ਡਰਾਅ ਕੱਢੇ ਗਏ ਉਸ ਦੀ ਡੀਟੇਲ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਨੂੰ ਇਸ ਦੌਰਾਨ ਇਨਵੀਟੇਸ਼ਨ ਜਾਣੀ ਕਿ ਸੱਦੇ ਜਾਰੀ ਹੋਏ ਨੇ। ਕੈਨੇਡਾ ਦੇ 2 ਸੂਬਿਆਂ ਵੱਲੋਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ PNP ਡਰਾਅ ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਐਲਾਨ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਡਰਾਅ ਦਾ ਐਲਾਨ ਹਫ਼ਤਾਵਾਰੀ ਕੀਤਾ ਜਾਂਦਾ ਹੈ, ਜਿਹੜਾ ਡਰਾਅ 5 ਅਪ੍ਰੈਲ ਨੂੰ ਕੱਢਿਆ ਗਿਆ। ਇਸ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 180 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। 131 ਉਮੀਦਵਾਰ ਉਹ ਸਨ ਜਿਨ੍ਹਾਂ ਨੂੰ ਜਨਰਲ ਡਰਾਅ ਦੇ ਰਾਹੀਂ ਇਨਵੀਟੇਸ਼ਨ ਹਾਸਿਲ ਹੋਏ। ਇਨ੍ਹਾਂ ਉਮੀਦਵਾਰਾਂ ਵਾਸਤੇ ਜ਼ਰੂਰੀ ਸੀ ਕਿ ਉਹ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਜਾਂ ਫਿਰ ਸਕਿੱਲਜ਼ ਇਮੀਗ੍ਰੇਸ਼ਨ ਕੈਟਾਗਰੀਜ਼ ਦੀਆਂ ਰਿਕੁਆਇਰਮੈਂਟ ਨੂੰ ਪੂਰਾ ਕਰਨ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਉਹ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟਾਗਰੀਜ਼ ਵਿੱਚੋਂ ਸਨ, ਜਿਸ ਵਾਸਤੇ ਉਹਨਾਂ ਨੂੰ 77 ਅਤੇ 125 ਦੇ ਵਿਚਕਾਰ ਸਕੋਰ ਦੀ ਜ਼ਰੂਰਤ ਰਹੀ। ਇਸ ਤੋਂ ਇਲਾਵਾ ਸੂਬੇ ਵੱਲੋਂ ਕੁਝ ਖਾਸ ਆਕਿਊਪੇਸ਼ਨਸ ਦੇ ਲਈ ਵੀ ਡਰਾਅ ਕੱਢੇ ਜਾਂਦੇ ਨੇ। 48 ਸੱਦੇ ਚਾਈਲਡਹੁੱਡ ਐਜੂਕੇਟਰਸ ਵਾਸਤੇ ਜਾਰੀ ਕੀਤੇ ਗਏ। ਇਸ ਵਾਸਤੇ ਉਹਨਾਂ ਨੂੰ 70 ਸਕੋਰਸ ਦੀ ਜ਼ਰੂਰਤ ਸੀ। 14 ਹੈਲਥ ਕੇਅਰ ਵਰਕਰਸ ਲਈ ਸਕੋਰ 70 ਦੀ ਜ਼ਰੂਰਤ ਰਹੀ। ਹੈਲਥ ਕੇਅਰ ਅਸਿਸਟੈਂਸ ਦੇ ਵਾਸਤੇ ਜੋ ਡਰਾਅ ਕੱਢਿਆ ਗਿਆ ਉਸ ਵਿੱਚ 70 ਸਕੋਰਸ ਦੀ ਜ਼ਰੂਰਤ ਸੀ। 5 ਐਨੀਮਲ ਹੈਲਥ ਟੈਕਨੋਲੋਜਿਸਟ ਵਾਸਤੇ, ਜਿਸ ਵਾਸਤੇ 78 ਸਕੋਰਸ ਦੀ ਜ਼ਰੂਰਤ ਰਹੀ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਲਾਵਾ ਮੈਨੀਟੋਬਾ ਪ੍ਰੋਵਿੰਸ ਵੱਲੋਂ ਵੀ ਡਰਾਅ ਐਲਾਨ ਕੀਤੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਆ ਗਈ। ਜਿਹੜਾ ਡਰਾਅ 7 ਅਪ੍ਰੈਲ ਨੂੰ ਕੱਢਿਆ ਗਿਆ, ਇੱਥੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 223 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਸਕਿਲਡ ਵਰਕਰਸ ਇਨ ਮੈਨੀਟੋਬਾ ਤਹਿਤ 156 ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ ਘੱਟੋ ਘੱਟ 739 ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀ ਵਾਸਤੇ 33 ਇਨਵੀਟੇਸ਼ਨ 643 ਸਕੋਰਸ ਦੀ ਜ਼ਰੂਰਤ ਰਹੀ।
ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 34 ਸੱਦੇ ਦਿੱਤੇ ਗਏ, ਪਰ ਇਸ ਵਾਸਤੇ ਕੋਈ ਵੀ ਸਕੋਰ ਰਿਕੁਆਇਰਮੈਂਟ ਨਹੀਂ ਸੀ। ਦੱਸ ਦਈਏ ਕਿ ਇਹਨਾਂ ਵਿੱਚੋਂ 30 ਸੱਦੇ ਉਹਨਾਂ ਨੂੰ ਦਿੱਤੇ ਗਏ ਜਿਨ੍ਹਾਂ ਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਸੀ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਗੋਲੀਆਂ ਮਾਰੀਆਂ ਗਈਆਂ। ਇਸ ਕਾਰਨ ਕਾਰਤਿਕ ਦੀ ਮੌਤ ਹੋ ਗਈ। ਇਸ ਮਾਮਲੇ ਦੇ ਸੰਬੰਧ ਵਿੱਚ ਹੁਣ ਲੋਕ ਜਾਣੀ ਕਿ ਕਾਰਤਿਕ ਦੇ ਪਰਿਵਾਰਕ ਮੈਂਬਰ ਦੋਸਤ ਇਕੱਠੇ ਹੋਏ ਨੇ, ਜਿੱਥੇ ਉਹਨਾਂ ਵੱਲੋਂ ਕਾਰਤਿਕ ਨੂੰ ਯਾਦ ਕੀਤਾ ਗਿਆ। ਦੱਸ ਦਈਏ ਕਿ ਕਾਰਤਿਕ ਹਾਲ ਹੀ ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ ਤੇ ਹੁਣ ਉਸ ਦੀ ਮੌਤ ਦੀ ਖਬਰ ਪਿਛਲੇ ਦਿਨੀ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ। ਇਸ ਅੰਤਰਰਾਸ਼ਟਰੀ ਵਿਦਿਆਰਥੀ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਵਿਦਿਆਰਥੀ ਅਜੇ ਕੁਝ ਸਮਾਂ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਸਤੇ ਗਿਆ ਸੀ ਤੇ ਟੋਰਾਂਟੋ ਦੇ ਇੱਕ ਸਬਵੇ ਸਟੇਸ਼ਨ ਦੇ ਬਾਹਰ ਉਸ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ। ਇਸ ਵਿਦਿਆਰਥੀ ਦੀ ਪਹਿਚਾਣ 21 ਸਾਲਾ ਕਾਰਤਿਕ ਦੇ ਤੌਰ ਦੇ ਉੱਪਰ ਦੱਸੀ ਗਈ ਸੀ। ਕੈਨੇਡਾ ਵਿੱਚ ਇਸ ਵਿਦਿਆਰਥੀ ਦੀ ਯਾਦ ਵਿੱਚ ਵਿਜਲ ਕਰਵਾਇਆ ਗਿਆ। ਇਸ ਵਿਦਿਆਰਥੀ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਜਿਹੜੇ ਕੁਲੀਗ ਸਨ, ਉਹ ਨਾਥਨ ਫਿਲਿਪਸ ਸਕੁਆਇਰ ਦੇ ਨੇੜੇ ਇਕੱਠੇ ਹੋਏ, ਜਿੱਥੇ ਉਹਨਾਂ ਨੇ ਇਕੱਠੇ ਹੋ ਕੇ ਕਾਰਤਿਕ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਇਹਨਾਂ ਇਕੱਠੇ ਹੋਏ ਲੋਕਾਂ ਵੱਲੋਂ ਕਾਰਤਿਕ ਵਾਸਤੇ ਕੁਝ ਸਮੇਂ ਦਾ ਮੌਨ ਵੀ ਧਾਰਨ ਕੀਤਾ ਗਿਆ। ਜਿਹੜੇ ਲੋਕ ਇਸ ਮੌਕੇ ਤੇ ਪਹੁੰਚੇ ਹੋਏ ਸਨ, ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਹੁਣ ਤੱਕ ਇਸ ਮਾਮਲੇ ਦੇ ਸੰਬੰਧ ਵਿੱਚ ਜਿਹੜੀ ਅਪਡੇਟ ਸਾਹਮਣੇ ਆਈ ਹੈ, ਉਸ ਵਿੱਚ ਦੱਸਿਆ ਗਿਆ ਕਿ ਇਸ ਨਾਲ ਜੁੜੇ ਹੋਏ ਸਸਪੈਕਟ ਦੀ ਅਜੇ ਗ੍ਰਿਫਤਾਰੀ ਨਹੀਂ ਹੋ ਸਕੀ, ਪਰ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਸਸਪੈਕਟ ਇਸ ਮਾਮਲੇ ਨਾਲ ਜੁੜਿਆ ਹੋਇਆ ਹੈ ਉਹ ਬਲੈਕਮੇਲ ਹੈ, ਜਿਸ ਦੀ ਡਿਸਕ੍ਰਿਪਸ਼ਨ ਵੀ ਪਿਛਲੇ ਦਿਨੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਸੀ। ਪੁਲਿਸ ਦੇ ਦੱਸਣ ਮੁਤਾਬਕ ਆਖਰੀ ਵਾਰ ਜਦੋਂ ਇਸ ਨੂੰ ਦੇਖਿਆ ਗਿਆ ਤਾਂ ਇਸ ਦੇ ਹੱਥ ਵਿੱਚ ਹੈਂਡਗਨ ਫੜੀ ਹੋਈ ਸੀ। ਹਾਲ ਹੀ 'ਚ ਕਾਰਤਿਕ ਦੇ ਪਿਤਾ ਵੱਲੋਂ ਵੀ ਮੀਡੀਆ ਅਦਾਰਿਆਂ ਨਾਲ ਗੱਲਬਾਤ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਆਪਣਾ ਦੁੱਖ ਸਾਂਝਾ ਕੀਤਾ ਗਿਆ। ਕੌਂਸਲੇਟ ਜਰਨਲ ਆਫ ਇੰਡੀਆ ਵੱਲੋਂ ਵੀ ਇਸ ਮਾਮਲੇ ਦੇ ਸੰਬੰਧ ਵਿੱਚ ਆਪਣੇ ਵਿਚਾਰ ਰੱਖੇ ਗਏ ਸਨ। ਉਹਨਾਂ ਵੱਲੋਂ ਹੁਣ ਕਾਰਤਿਕ ਦੀ ਬਾਡੀ ਭਾਰਤ ਵਿੱਚ ਭੇਜੀ ਜਾਵੇਗੀ। ਕਾਰਤਿਕ ਵਾਸਤੇ GoFundMe ਵੀ ਚਲਾਇਆ ਗਿਆ, ਜਿੱਥੇ $50,000 ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਕੈਨੇਡਾ ਵੱਲੋਂ ਰੂਸ ਖਿਲਾਫ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ, ਜਿੱਥੇ ਕਾਫੀ ਪਾਬੰਦੀਆਂ ਦਾ ਸਮੇਂ-ਸਮੇਂ ਤੇ ਐਲਾਨ ਕੀਤਾ ਜਾ ਰਿਹਾ ਹੈ। ਹੁਣ ਤਾਜ਼ਾ ਹੋਰ ਪਾਬੰਦੀਆਂ ਰੂਸ ਦੇ ਖਿਲਾਫ ਲਗਾਈਆਂ ਗਈਆਂ, ਜਿੱਥੇ ਰੱਖਿਆ ਖੇਤਰ ਨੂੰ ਕੈਨੇਡਾ ਵੱਲੋਂ ਨਿਸ਼ਾਨਾ ਬਣਾਇਆ ਗਿਆ। ਸਖਤੀ ਜਿਹੜੀ ਹੈ ਕੁਝ ਆਰਗੇਨਾਈਜੇਸ਼ਨਸ ਦੇ ਉੱਪਰ ਵੀ ਕੀਤੀ ਗਈ, ਜਿਨ੍ਹਾਂ ਵੱਲੋਂ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਰੂਸ ਦੀ ਮਦਦ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਲਗਾਤਾਰ ਰਸ਼ੀਆ ਦੇ ਖਿਲਾਫ ਪਾਬੰਦੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਵੱਲੋਂ ਹੁਣ ਰੂਸ ਦੇ ਰੱਖਿਆ ਖੇਤਰ ਦੇ ਉੱਪਰ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ। ਦਰਅਸਲ ਰੂਸ ਵੱਲੋਂ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਕੈਨੇਡਾ ਵੱਲੋਂ ਰਸ਼ੀਆ ਖਿਲਾਫ ਲਗਾਤਾਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜੋ ਤਾਜ਼ਾ ਪਾਬੰਦੀਆਂ ਸਾਹਮਣੇ ਆਈਆਂ, ਉਸ ਵਿੱਚ ਕੈਨੇਡਾ ਨੇ ਰੂਸ ਦੇ ਰੱਖਿਆ ਖੇਤਰ ਨੂੰ ਨਿਸ਼ਾਨਾ ਬਣਾਇਆ। ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਉਹਨਾਂ ਦੱਸਿਆ ਕਿ ਨਵੇਂ ਜੋ ਉਹਨਾਂ ਵੱਲੋਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਇਹ ਰੂਸ ਦੇ ਰੱਖਿਆ ਖੇਤਰ ਨਾਲ ਜੁੜੇ 33 ਅਦਾਰਿਆਂ ਦੇ ਉੱਪਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਹ ਉਹ ਅਦਾਰਿਆਂ ਦੇ ਉੱਪਰ ਪਾਬੰਦੀਆਂ ਦੇ ਬਾਰੇ ਉਹਨਾਂ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਵੱਲੋਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰਸ਼ੀਆ ਦੀ ਮਦਦ ਕੀਤੀ ਗਈ। ਦੱਸ ਦਈਏ ਕਿ ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਕੈਨੇਡਾ ਵੱਲੋਂ ਰਸ਼ੀਆ ਅਤੇ ਬੈਲਾਰੂਸ ਦੇ 700 ਤੋਂ ਵੱਧ ਵਿਅਕਤੀਆਂ ਅਤੇ ਅਦਾਰਿਆਂ ਉੱਪਰ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਵੱਲੋਂ ਲਗਾਤਾਰ ਯੂਕਰੇਨ ਦੀ ਮਦਦ ਵੀ ਕੀਤੀ ਜਾ ਰਹੀ ਹੈ। 2014 ਵਿੱਚ ਰੂਸ ਦੁਆਰਾ ਕ੍ਰੀਮੀਆ ਦੇ ਕਬਜ਼ੇ ਤੋਂ ਬਾਅਦ ਕੈਨੇਡਾ ਨੇ 1100 ਤੋਂ ਵੱਧ ਵਿਅਕਤੀ ਅਤੇ ਆਰਗੇਨਾਈਜੇਸ਼ਨਸ ਦੇ ਉੱਪਰ ਪਾਬੰਦੀਆਂ ਲਗਾਈਆਂ। ਮੈਨੀਟੋਬਾ ਦੇ ਘਰ ਵਿੱਚੋਂ 3 ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਇੱਕ ਜਾਣੇ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਅੱਗ ਲੱਗਣ ਤੋਂ ਬਾਅਦ ਜਦੋਂ ਆਫੀਸਰਸ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਉਹਨਾਂ ਨੂੰ ਘਰ ਵਿੱਚੋਂ 3 ਲਾਸ਼ਾਂ ਮਿਲੀਆਂ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੀੜਤਾਂ ਦੇ ਬਾਰੇ ਤੇ ਸਸਪੈਕਟ ਦੇ ਬਾਰੇ ਬਹੁਤੀ ਡੀਟੇਲ ਅਜੇ ਉਹਨਾਂ ਵੱਲੋਂ ਸਾਂਝੀ ਨਹੀਂ ਕੀਤੀ ਗਈ। ਮੈਨੀਟੋਬਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਪੋਰਟੇਜ ਲਾ ਪ੍ਰੇਰੀ ਦੇ ਘਰ ਵਿੱਚੋਂ 3 ਜਾਣੇ ਮ੍ਰਿਤਕ ਮਿਲੇ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਦਰਅਸਲ ਇੱਥੇ ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ 3 ਜਾਣੇ ਮ੍ਰਿਤਕ ਪਾਏ ਗਏ। ਐਮਰਜੈਂਸੀ ਕ੍ਰਿਊਜ਼ ਨੂੰ ਇਸ ਘਟਨਾ ਦੇ ਬਾਰੇ ਜਾਣਕਾਰੀ 1 ਵਜੇ ਦੇ ਕਰੀਬ ਮਿਲੀ। ਜਿਸ ਵੇਲੇ ਫਾਇਰ ਕ੍ਰਿਊਜ਼ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੂੰ ਘਰ ਵਿੱਚੋਂ 3 ਜਾਣੇ ਮ੍ਰਿਤਕ ਹਾਲਤ ਵਿੱਚ ਮਿਲੇ। RCMP ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਹਨਾਂ ਮੌਤਾਂ ਨੂੰ ਸਸਪੀਸ਼ੀਅਸ ਦੱਸਿਆ ਗਿਆ ਹੈ। ਉਹਨਾਂ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਜਿਹੜੇ ਗਵਾਂਢ ਦੇ ਵਿੱਚ ਰਹਿਣ ਵਾਲੇ ਸਨ, ਉਹਨਾਂ ਨੇ ਜੋ ਦੇਖਿਆ ਉਹਨਾਂ ਵੱਲੋਂ ਬਿਆਨ ਕੀਤਾ ਗਿਆ। ਇੱਕ ਔਰਤ ਵੱਲੋਂ ਦੱਸਿਆ ਗਿਆ ਕਿ ਉਸਨੇ ਦੇਖਿਆ ਕਿ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਕੁਝ ਪੁਲਿਸ ਵਾਲੇ ਅਤੇ ਫਾਇਰ ਵਹੀਕਲਸ ਇੱਥੇ ਪਹੁੰਚੇ। ਉਸ ਨੂੰ ਨਜ਼ਰ ਆਇਆ ਕਿ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ।
ਇਸ ਵੱਲੋਂ ਜ਼ਿਆਦਾ ਜਾਣਕਾਰੀ ਤਾਂ ਨਹੀਂ ਸਾਂਝੀ ਕੀਤੀ ਗਈ, ਪਰ ਉਸ ਦਾ ਮੰਨਣਾ ਹੈ ਕਿ ਇਸ ਘਰ ਵਿੱਚ ਜੋੜਾ ਅਤੇ 2 ਬੱਚੇ ਰਹਿੰਦੇ ਸਨ। ਇਹ ਇੱਥੇ ਪਿਛਲੇ ਕੁਝ ਸਮੇਂ ਦੌਰਾਨ ਹੀ ਮੂਵ ਹੋਏ ਦੱਸੇ ਗਏ। ਫਿਲਹਾਲ ਇਸ ਮਾਮਲੇ ਦੇ ਸੰਬੰਧ ਵਿੱਚ ਫਾਇਰ ਡਿਪਾਰਟਮੈਂਟ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਆਰਜੀਐਮਪੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਪੀੜਤਾਂ ਦੇ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ। ਕਿੰਗਸਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਚਾਕੂ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਦਾ ਨਾਮ ਅਜੇ ਉਹਨਾਂ ਵੱਲੋਂ ਜਨਤਕ ਨਹੀਂ ਕੀਤਾ ਗਿਆ। ਓਨਟਾਰੀਓ ਕਿੰਗਸਟਨ ਤੋਂ ਸ਼ੂਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਸ਼ਹਿਰ ਦੇ ਡਾਊਨਟਾਊਨ ਵਿੱਚ ਸ਼ੂਰੇਬਾਜ਼ੀ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਦੇ ਬਾਰੇ ਪੁਲਿਸ ਨੂੰ 911 ਦੇ ਉੱਪਰ ਕਾਲ ਕਰਕੇ ਕਿਸੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜ਼ਖਮੀ ਹਾਲਤ ਦੇ ਵਿੱਚ ਇੱਕ 29 ਸਾਲਾ ਵਿਅਕਤੀ ਨੂੰ ਕਿੰਗਸਟਨ ਜਨਰਲ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਨਾਲ ਜਿਹੜਾ ਸਸਪੈਕਟ ਜੁੜਿਆ ਹੋਇਆ ਉਸ ਦੀ ਉਮਰ 26 ਸਾਲ ਤੇ ਉਸ ਦਾ ਨਾਮ ਜੌਨ ਦੱਸਿਆ ਗਿਆ ਹੈ। ਇਸ ਸਸਪੈਕਟ ਨੂੰ ਰਾਤ 10:30 ਦੇ ਕਰੀਬ ਮੌਂਟਰੀਅਲ ਸਟਰੀਟ ਦੇ 100 ਬਲਾਕ ਦੇ ਉੱਪਰ ਸਪੌਟ ਕੀਤਾ ਗਿਆ। ਪੁਲਿਸ ਨੇ ਫਿਰ ਇਸ ਦਾ ਪਿੱਛਾ ਕੀਤਾ ਤੇ ਇਸ ਨੂੰ ਹਿਰਾਸਤ ਵਿੱਚ ਲਿਆ ਗਿਆ। ਹੁਣ ਜਲਦ ਹੀ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਫਿਲਹਾਲ ਪੁਲਿਸ ਵੱਲੋਂ ਪੀੜਤ ਦਾ ਨਾਮ ਤਾਂ ਜਨਤਕ ਨਹੀਂ ਕੀਤਾ ਗਿਆ। ਅਜੇ ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਡੀਟੇਲ ਸਾਂਝੀ ਕੀਤੀ ਜਾਵੇਗੀ। ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਨੇਡਾ ਦੌਰੇ ਦੇ ਉੱਪਰ ਆ ਰਹੇ ਨੇ, ਜਿਸ ਬਾਰੇ ਪਤਾ ਚੱਲਿਆ ਕਿ ਮਈ ਮਹੀਨੇ ਉਹ ਕੈਨੇਡਾ ਦੇ ਦੌਰੇ ਦੇ ਉੱਪਰ ਆਉਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਮੌਕੇ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਦਾ ਸਵਾਗਤ ਉਹਨਾਂ ਵੱਲੋਂ ਕੀਤਾ ਜਾਵੇਗਾ। ਪ੍ਰਿੰਸ ਚਾਰਲਸ ਅਤੇ ਕੈਮਿਲਾ ਮਈ ਵਿੱਚ ਕੈਨੇਡਾ ਆਉਣਗੇ। ਜੀ ਹਾਂ, ਜਾਣਕਾਰੀ ਮੁਤਾਬਕ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਡਚੈਸ ਆਫ ਕੌਰਨਵਾਲ ਮਈ ਮਹੀਨੇ ਕੈਨੇਡਾ ਦਾ ਦੌਰਾ ਕਰਨਗੇ। ਉਹਨਾਂ ਦੀ ਇਹ ਫੇਰੀ ਮਹਾਰਾਣੀ ਐਲਿਜ਼ਾਬੈਥ ਦੇ ਪਲੈਟੀਨਮ ਜੁਬਲੀ ਦੇ ਜਸ਼ਨਾਂ ਦਾ ਹਿੱਸਾ ਹੋਵੇਗੀ। ਦੱਸ ਦਈਏ ਕਿ ਫਰਵਰੀ ਵਿੱਚ ਮਹਾਰਾਣੀ ਐਲਿਜ਼ਾਬੈਥ ਦੀ ਬਾਦਸ਼ਾਹਤ ਨੂੰ 70 ਸਾਲ ਪੂਰੇ ਹੋਏ ਸਨ, ਜਿਸ ਦਾ ਮਤਲਬ ਹੈ ਕਿ ਇਹ ਸਾਲ ਉਹਨਾਂ ਦੇ ਸ਼ਾਸਨ ਦੀ ਪਲੈਟੀਨਮ ਜੁਬਲੀ ਹੈ। ਇਸ ਬਾਰੇ ਪ੍ਰਿੰਸ ਚਾਰਲਸ ਦੇ ਦਫ਼ਤਰ ਵੱਲੋਂ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਨੇਡਾ ਦੀ ਫੇਰੀ ਦੇ ਉੱਪਰ ਆਉਣਗੇ। ਫਿਲਹਾਲ ਇਸ ਸ਼ਾਹੀ ਫੇਰੀ ਦੇ ਬਾਰੇ ਕੋਈ ਵੀ ਜਾਣਕਾਰੀ ਇਹ ਨਹੀਂ ਦਿੱਤੀ ਗਈ ਕਿ ਕਿਸ ਤਾਰੀਖ ਨੂੰ ਉਹ ਕੈਨੇਡਾ ਵਿੱਚ ਆਉਣਗੇ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿਸ ਵਿੱਚ ਉਹਨਾਂ ਕਿਹਾ ਕਿ ਉਹ ਅਗਲੇ ਮਹੀਨੇ ਸ਼ਾਹੀ ਜੋੜੇ ਦਾ ਸਵਾਗਤ ਕਰਨ ਦੀ ਉਡੀਕ ਕਰ ਰਹੇ ਹਨ। ਇਸ ਬਾਰੇ ਜਿਹੜਾ ਟਰੂਡੋ ਦਾ ਬਿਆਨ ਸਾਹਮਣੇ ਆਇਆ, ਉਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸ਼ਾਹੀ ਜੋੜੇ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਵਰਨਰ ਜਨਰਲ ਮੈਰੀ ਵੱਲੋਂ ਵੀ ਇਸ ਸ਼ਾਹੀ ਜੋੜੇ ਦੇ ਸਵਾਗਤ ਦੇ ਬਾਰੇ ਬਿਆਨ ਜਾਰੀ ਕੀਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਪ੍ਰਿੰਸ ਅਤੇ ਡਚੈਸ ਪਿਛਲੀ ਵਾਰੀ 2017 ਦੌਰਾਨ ਕੈਨੇਡਾ ਵਿੱਚ ਆਏ ਸਨ, ਜਿੱਥੇ ਉਹ 150 ਸਾਲਾ ਜਸ਼ਨ ਦੇ ਮੌਕੇ ਦੇ ਉੱਪਰ ਕੈਨੇਡਾ ਆਏ। ਇਸ ਫੇਰੀ ਦੌਰਾਨ ਉਹਨਾਂ ਨੇ ਆਟਵਾ, ਓਨਟਾਰੀਓ ਸਥਿਤ ਮਿਲਟਰੀ ਬੇਸ ਦਾ ਦੌਰਾ ਵੀ ਕੀਤਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਕਟੋਰੀਆ ਪਹੁੰਚੇ, ਜਿੱਥੇ ਉਹਨਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਇਲੈਕਟ੍ਰੋਨਿਕ ਵਾਹਨ ਦੇ ਬਾਰੇ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਜ਼ਰ ਆਏ। ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਬਜਟ ਦੇ ਵਿੱਚ ਇਸ ਵਾਸਤੇ ਕੀ ਐਲਾਨ ਕੀਤਾ ਗਿਆ ਤੇ ਇਸ ਨਾਲ ਕੀ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਕਟੋਰੀਆ ਪਹੁੰਚੇ, ਜਿੱਥੇ ਉਹਨਾਂ ਵੱਲੋਂ ਇਲੈਕਟ੍ਰੋਨਿਕ ਵਹੀਕਲਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਹਨਾਂ ਦੇ ਫਾਇਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੱਸੇ ਗਏ। ਬਜਟ ਦੇ ਵਿੱਚ ਜੋ ਇਸ ਨਾਲ ਸੰਬੰਧਿਤ ਜ਼ਿਕਰ ਕੀਤਾ ਗਿਆ, ਉਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਹਨ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਲੈਕਟ੍ਰਿਕ ਵਹੀਕਲ ਇਨਫਰਾਸਟ੍ਰਕਚਰ ਦੇ ਬਾਰੇ ਜਾਣਕਾਰੀ ਦਿੱਤੀ ਗਈ। 2022 ਦੇ ਇਸ ਬਜਟ ਵਿੱਚ ਫੈਡਰਲ ਸਰਕਾਰ ਵੱਲੋਂ $5000 ਦੀ ਇਲੈਕਟ੍ਰਿਕ ਵਾਹਨ ਖਰੀਦਣ ਵਾਲੀ ਯੋਜਨਾ ਨੂੰ ਵਧਾਉਣ ਦੀ ਗੱਲ ਕਹੀ ਗਈ। ਹੁਣ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ ਤੇ ਇਸ ਦਾ ਕਿਵੇਂ ਫਾਇਦਾ ਹੋਵੇਗਾ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਸੋ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ। We know we need to cut emissions. We know we need to reduce pollution. But one of the best ways of doing that is to get more clean cars on the road. As Laurie and David were telling me, their EV works great and is much cheaper to power than their gas car. Too often, though, electric vehicles aren't in reach. So we're making smart, targeted investments to change that. First of all, we're making EVs easier to buy. We're extending the program of up to $5,000 to help people buy electric vehicles. We're bringing in new mandatory sales targets of 20% by 2026, 60% by 2030, on the way to 100% by 2035. We're also
going to make EVs easier to charge. We're building a national network of chargers on top of the thousands already installed or under construction. With this budget, with everything we've been working on, we're moving forward on everything from a new tax credit for clean tech, to protecting old-growth forests, to retrofits for people's homes. This budget and the emissions reduction plan of the week before is about real results for people like Laurie and David, and especially Alexandria. Whether it's climate action or making housing more affordable, we're investing in Canadians and in our future. Happy to take your questions now. ਹਾਲ ਹੀ 'ਚ ਫੈਡਰਲ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਦੇ ਕੁਝ ਅੰਸ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ तमाम ਕੈਨੇਡੀਅਨਸ ਨਾਲ ਸਾਂਝੇ ਕੀਤੇ ਗਏ। ਹੁਣ ਜੋ ਬਜਟ ਫੈਡਰਲ ਸਰਕਾਰ ਵੱਲੋਂ ਸਾਂਝਾ ਕੀਤਾ ਗਿਆ ਉਸ ਨੂੰ ਬੜੇ ਹੀ ਸੌਖੇ ਤਰੀਕੇ ਨਾਲ ਪ੍ਰਧਾਨ ਮੰਤਰੀ ਵੱਲੋਂ ਆਮ ਲੋਕਾਂ ਨੂੰ ਸਮਝਾਇਆ ਗਿਆ। ਸੋ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਡਿਟੇਲ ਦਿੱਤੀ, ਆਓ ਤੁਹਾਨੂੰ ਸੁਣਾਉਂਦੇ ਹਾਂ। ਫੈਡਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਬਜਟ ਪੇਸ਼ ਕੀਤਾ ਗਿਆ। ਇਸ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰ ਫਿਰ ਤੋਂ ਇਸ ਬਜਟ ਦੇ ਉੱਪਰ ਚਾਨਣਾ ਪਾਇਆ ਗਿਆ। ਉਹਨਾਂ ਨੇ ਕੁਝ ਹੀ ਮਿੰਟਸ ਦੇ ਵਿੱਚ ਇਸ ਬਜਟ ਦੇ ਕੁਝ ਖਾਸ ਅੰਸ਼ ਸਾਂਝੇ ਕੀਤੇ ਨੇ। ਇਸ ਬਜਟ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ ਤੇ ਬਜਟ ਨੂੰ ਕਿਵੇਂ ਸੌਖੇ ਤਰੀਕੇ ਨਾਲ ਸਮਝਾਇਆ ਗਿਆ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ। Hey everyone, the Deputy Prime Minister delivered the budget and I figured I'd run you through some of the big things in it. And because it's budget 2022, I'm going to do it in 20 and 20 and 2 seconds. So 42 seconds on the clock. Here we go. We're going to make housing more affordable, help Canadians buy their first home, protect your rights as a buyer, and build even more homes across the country. At the same time, we're going to do even more to fight climate change. We're going to help people make the switch to electric vehicles, make sure businesses can easily adopt clean tech, make our electricity cleaner, and make your homes greener. We're also working to keep our economy growing. We're going to cut taxes for growing small businesses, make sure our supply chain is resilient, and we're going to continue to create good middle-class jobs. And through it all, we're going to keep investing to make your life more affordable. That includes cutting your childcare fees, making dental care more affordable, improving the Canada Workers' Benefit, and so much more. We're also going to advance reconciliation and continue to invest in Indigenous communities. We're going to support rural communities across the country. We're stepping up with even more support for Ukraine. And what's my time? 48. Okay, so that was a bit more than 20 and 2 seconds, but there's a lot in the budget for you and your family, and there's so much more I didn't mention. That's why I'll be talking about it over the coming many days, so be sure to keep checking back in. Take care. ਨਿਊ ਬਰਨਸਵਿਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਡੁੱਬਣ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਬੱਚਾ ਲਾਪਤਾ ਹੈ ਤੇ ਇੱਕ ਬੱਚਾ ਜ਼ਖਮੀ ਹੈ। ਜ਼ਖਮੀ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਜਿਸ ਲਾਪਤਾ ਬੱਚੇ ਦੀ ਗੱਲ ਕਹੀ ਜਾ ਰਹੀ ਸੀ ਉਸ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ। ਨਿਊ ਬਰਨਸਵਿਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 12 ਸਾਲਾ ਬੱਚੇ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਮਾਮਲਾ ਦੁਪਹਿਰ 3 ਵਜੇ ਦੇ ਕਰੀਬ ਸਾਹਮਣੇ ਆਇਆ ਜਿੱਥੇ ਬੱਚਾ ਪ੍ਰਿੰਸੀਪਲ ਸਟਰੀਟ ਦੇ ਨੇੜੇ ਸਟਰੀਮ ਵਿੱਚ ਡਿੱਗ ਗਿਆ। ਪੁਲਿਸ ਦੇ ਦੱਸਣ ਮੁਤਾਬਕ ਐਮਰਜੈਂਸੀ ਸਰਵਿਸਿਜ਼ ਨੂੰ ਇਸ ਮਾਮਲੇ ਦੇ ਸੰਬੰਧ ਵਿੱਚ ਕਾਲ ਆਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਡਿੱਗਣ ਕਾਰਨ ਇੱਕ ਬੱਚਾ ਜ਼ਖਮੀ ਹੋ ਗਿਆ ਅਤੇ ਦੂਸਰਾ ਗੁੰਮ ਹੋਣ ਦੇ ਬਾਰੇ ਜਾਣਕਾਰੀ ਮਿਲੀ ਸੀ। 10 ਮਿੰਟ ਦੀ ਸਰਚ ਦੌਰਾਨ ਗਵਾਚੇ ਹੋਏ ਬੱਚੇ ਨੂੰ ਲੱਭ ਲਿਆ ਗਿਆ। ਦੁਪਹਿਰ ਸਮੇਂ ਉਸ ਦੀ ਮੌਤ ਦੇ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੇ ਦੱਸਣ ਮੁਤਾਬਕ ਜਿਸ ਸਮੇਂ ਇਸ ਨੂੰ ਲੱਭਿਆ ਗਿਆ ਉਦੋਂ ਹੀ ਇਸ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਐਂਬੂਲੈਂਸ ਸਰਵਿਸ ਦਿੱਤੀ ਗਈ ਪਰ ਇਸ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ। ਫਿਲਹਾਲ ਅਜੇ ਇਹ ਪਤਾ ਨਹੀਂ ਚੱਲ ਸਕਿਆ ਕਿ ਇਸ ਦੀ ਮੌਤ ਕਿਵੇਂ ਹੋਈ। ਅਜੇ ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਕੋਈ ਜ਼ਿਆਦਾ ਟਿੱਪਣੀ ਨਹੀਂ ਕੀਤੀ ਗਈ। ਜੋ ਦੂਸਰੇ ਬੱਚੇ ਦੇ ਬਾਰੇ ਜਾਣਕਾਰੀ ਮਿਲੀ ਸੀ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬੱਚਿਆਂ ਦੇ ਉਹਨਾਂ ਵੱਲੋਂ ਅਜੇ ਨਾਮ ਜਨਤਕ ਨਹੀਂ ਕੀਤੇ ਗਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਓਨਟਾਰੀਓ ਤੇ ਕਿਬੇਕ ਤੋਂ ਵੀ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਹਨਾਂ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਬਣੀ ਹੋਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਵਿੱਚ ਕੋਰੋਨਾ ਵਾਇਰਸ ਦੀ 6ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ ਜਿੱਥੇ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਕੋਰੋਨਾ ਕੇਸਿਸ ਦਰਜ ਕੀਤੇ ਜਾ ਰਹੇ ਨੇ। ਹੁਣ ਓਨਟਾਰੀਓ ਦੇ ਲੋਕਾਂ ਨੂੰ ਸਲਾਹ ਦੇ ਦਿੱਤੀ ਗਈ ਹੈ ਕਿ ਜਿਹੜੀਆਂ ਹਾਈ ਰਿਸਕ ਸਪੇਸਿਸ ਨੇ ਉੱਥੇ ਅਜੇ ਵੀ ਮਾਸਕ ਪਾਉਣਾ ਜਾਰੀ ਰੱਖਿਆ ਜਾਵੇ। ਓਨਟਾਰੀਓ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ ਨੇ। ਇੱਥੇ ਹਸਪਤਾਲ ਅੰਦਰ 1090 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਤੇ ਇੰਟੈਂਸਿਵ ਕੇਅਰ ਅਧੀਨ 184 ਦਾ ਅੰਕੜਾ ਸਾਹਮਣੇ ਆਇਆ।
24 ਘੰਟਿਆਂ ਦੌਰਾਨ ਇੱਥੇ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। 24 ਘੰਟਿਆਂ ਦੌਰਾਨ ਇੱਥੇ 2401 ਕੇਸਿਸ ਰਿਕਾਰਡ ਕੀਤੇ ਗਏ, ਜਿਸ ਤੋਂ ਬਾਅਦ ਹੁਣ ਤੱਕ ਸੂਬੇ ਵਿੱਚ 11,98,319 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 3 ਮੌਤਾਂ ਬੀਤੇ 24 ਘੰਟੇ ਦੌਰਾਨ ਵਾਇਰਸ ਕਾਰਨ ਹੋ ਗਈਆਂ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,566 ਦੇ ਉੱਪਰ ਪਹੁੰਚ ਗਿਆ। ਇੱਥੇ ਸੂਬੇ ਵਿੱਚ ਰਿਕਵਰਡ ਕੇਸਿਸ ਦੀ ਗਿਣਤੀ 11,54,050 ਹੈ। ਇਸ ਤੋਂ ਇਲਾਵਾ ਜਿਹੜੀ ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਆਈ ਹੈ, ਉਸ ਮੁਤਾਬਕ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਇਸ ਸਮੇਂ ਫੁੱਲੀ ਵੈਕਸੀਨੇਟਡ ਹਨ। 92.9% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55.9% ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ਸ ਹਾਸਲ ਕੀਤੀਆਂ ਗਈਆਂ। 12 ਸਾਲ ਤੋਂ 11 ਸਾਲ ਵਾਲਿਆਂ 'ਚ 55.9% ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼, 34.1% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਦੋਨੋਂ ਡੋਜ਼ਸ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 17.6% ਦੱਸਿਆ ਗਿਆ, ਜੋ ਕਿ 19% ਤੋਂ ਹੇਠਾਂ ਆ ਗਿਆ। ਕਿਊਬਿਕ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਦਿਖਾਈ ਦੇ ਰਹੇ ਨੇ। ਇੱਥੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ ਹਨ। ਹਸਪਤਾਲ ਵਿੱਚ 1793 ਦੀ ਗਿਣਤੀ ਦੱਸੀ ਗਈ ਤੇ ਇੰਟੈਂਸਿਵ ਕੇਅਰ ਅਧੀਨ 69 ਦਾ ਅੰਕੜਾ ਸਾਹਮਣੇ ਆਇਆ। 24 ਘੰਟਿਆਂ ਦੌਰਾਨ 2234 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਤੇ 6 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਪੈਂਡੇਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਥੇ 10,895 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਇੱਥੇ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼, 87% ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਤੇ 53% ਆਬਾਦੀ ਵੱਲੋਂ 3 ਟੀਕੇ ਲਗਵਾ ਲਏ ਗਏ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰ ਦਿਆ ਹੈਡਲਾਈਨਸ ਤੇ। ਕੈਨੇਡਾ ਵਿੱਚ ਖਾਲੀ ਪਈਆਂ ਨੌਕਰੀਆਂ, ਸਰਕਾਰ ਨੂੰ ਹੱਲ ਕੱਢਣ ਦੀ ਅਪੀਲ। ਮਾਸਕ ਪਾਉਣਾ ਫਿਰ ਜ਼ਰੂਰੀ, ਓਨਟਾਰੀਓ ਤੋਂ ਆਈ ਜਾਣਕਾਰੀ। ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ, 3 ਦਿਨ ਤੱਕ ਕੰਮ ਹੋ ਸਕਦਾ ਠੱਪ। ਸੂਬਿਆਂ ਨੇ ਕੱਢੇ ਡਰਾਅ, ਕਈਆਂ ਨੂੰ ਮਿਲੇ ਸੱਦੇ। ਅੰਤਰਰਾਸ਼ਟਰੀ ਵਿਦਿਆਰਥੀ ਦਾ ਕਤਲ, ਕੈਨੇਡਾ ਵਿੱਚ ਲੋਕ ਹੋਏ ਇਕੱਠੇ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।